बहुत ही ईमानदार ਅਤੇ ਸੱਚੀ ਸੁੱਚੀ ਸ਼ਖਸੀਅਤ ਦੇ ਮਾਲਕ ਸਰਦਾਰ ਮਹਿੰਦਰ ਸਿੰਘ ਤਤਲਾ ਪਿਛਲੇ ਦਿਨੀ ਆਪਣੇ ਸਵਾਸਾਂ ਦੀ ਪੂੰਜੀ ਨੂੰ ਖਰਚਦੇ ਹੋਏ ਪਰਮਾਤਮਾ ਦੇ ਚਰਨਾਂ ਵਿੱਚ ਜਾ ਬਿਰਾਜੇ। ਉਹਨਾਂ ਦੀ ਯਾਦ ਵਿੱਚ ਇੱਕ ਧਾਰਮਿਕ ਸਮਾਗਮ ਦਾ ਆਯੋਜਨ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ, ਜਿਨ੍ਹਾਂ ਵਿੱਚ ਸਰਦਾਰ ਜਗਮੇਲ ਸਿੰਘ ਕੈਨੇਡਾ, ਸਰਦਾਰ ਰਸ਼ਪਾਲ ਸਿੰਘ ਇਟਲੀ, ਬਲਜੀਤ ਕੌਰ ਕੈਨੇਡਾ, ਮਨਜੀਤ ਕੌਰ, ਗੁਰਮੀਤ ਕੌਰ, ਮਨਦੀਪ ਸਿੰਘ, ਗੁਰਦੀਪ ਸਿੰਘ, ਹਰਦੀਪ ਸਿੰਘ, ਪ੍ਰਭਦੀਪ ਕੌਰ, ਸੁਖਵਿੰਦਰ ਕੌਰ, ਸਵਰਨਜੀਤ ਕੌਰ, ਦਲਜੀਤ ਸਿੰਘ ਢੇਸੀ, ਜਗਤਾਰ ਸਿੰਘ ਹਾਸ, ਅਮਨਜੀਤ ਸਿੰਘ ਗਰੇਵਾਲ ਅਤੇ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ ਗੁਰਦੁਆਰਾ ਸਾਹਿਬ ਸੰਤ ਬਾਬਾ ਲਾਲ ਸਿੰਘ ਜੀ ਪੱਟੀਆਂ ਢਾਹਾਂ ਲੁਧਿਆਣਾ ਵਿਖੇ ਕਰਵਾਇਆ ਗਿਆ, ਜਿਸ ਵਿੱਚ ਰਾਗੀ ਸਿੰਘਾਂ ਵੱਲੋਂ ਕੀਰਤਨ ਦੀ ਹਾਜ਼ਰੀ ਲਗਵਾਈ ਅਤੇ ਆਈਆਂ ਹੋਈਆਂ ਸਮੂਹ ਸੰਗਤਾਂ ਨੂੰ ਉਸ ਪਰਮਪਿਤਾ ਪਰਮਾਤਮਾ ਦੇ ਚਰਨਾਂ ਨਾਲ ਜੋੜਿਆ। ਸਰਦਾਰ ਮਹਿੰਦਰ ਸਿੰਘ ਤਤਲਾ ਜੀ ਦਾ ਜਨਮ ਸਰਦਾਰ ਸੁੱਚਾ ਸਿੰਘ ਜੀ ਦੇ ਘਰ ਪਿੰਡ ਪੱਟੀਆਂ ਢਾਹਾਂ ਵਿਖੇ ਹੋਇਆ। ਆਪ ਜੀ ਬਚਪਨ ਤੋਂ ਹੀ ਬਹੁਤ ਹੀ ਸੁਘੜ ਅਤੇ ਸਿਆਣੇ ਇਨਸਾਨ ਸਨ। ਬਚਪਨ ਤੋਂ ਹੀ ਆਪ ਜੀ ਨੂੰ ਖੇਤੀਬਾੜੀ ਕਰਨ ਦਾ ਸ਼ੌਂਕ ਸੀ ਤੇ ਨਾਲ ਹੀ ਕਬੱਡੀ ਖੇਡਣ ਦਾ ਵੀ ਸ਼ੌਂਕ ਸੀ। ਆਪ ਜੀ ਆਪਣੇ ਹਰ ਕੰਮ ਨੂੰ ਬਹੁਤ ਹੀ ਮਿਹਨਤ, ਲਗਨ ਅਤੇ ਇਮਾਨਦਾਰੀ ਨਾਲ ਕਰਿਆ ਕਰਦੇ ਸਨ। ਇਸੇ ਹੀ ਬਦੌਲਤ ਆਪ ਜੀ ਨੇ ਆਪਣੇ ਹਰ ਕੰਮ ਵਿੱਚ ਉન્નਤੀ ਹਾਸਲ ਕੀਤੀ। ਆਪ ਜੀ ਦਾ ਵਿਆਹ ਸਰਦਾਰਨੀ ਕੁਲਵੰਤ ਕੌਰ ਹੋਣਾ ਨਾਲ ਹੋਇਆ। ਆਪ ਜੀ ਦੇ ਘਰ 2 ਬੇਟੀਆਂ ਜਗਮੇਲ ਸਿੰਘ ਅਤੇ ਰਸ਼ਪਾਲ ਸਿੰਘ ਅਤੇ 3 ਬੇਟੀਆਂ ਨੇ ਜਨਮ ਲਿਆ। ਆਪ ਜੀ ਨੇ ਆਪਣੇ ਬੱਚਿਆਂ ਨੂੰ ਖੂਬ ਚੰਗੇ ਸੰਸਕਾਰ ਦਿੱਤੇ, ਪੜਾਇਆ ਲਿਖਾਇਆ ਅਤੇ ਸਮਾਜ ਦੇ ਚੰਗੇ ਨਾਗਰਿਕ ਬਣਾਇਆ। ਅੱਜ ਆਪ ਜੀ ਦੇ ਬੇਟੇ ਸਰਦਾਰ ਜਗਮੇਲ ਸਿੰਘ ਜੀ ਕੈਨੇਡਾ ਅਤੇ ਸਰਦਾਰ ਰਸ਼ਪਾਲ ਸਿੰਘ ਜੀ ਇਟਲੀ ਵਿਖੇ ਆਪੋ ਆਪਣੇ ਕਾਰੋਬਾਰ ਸੈਟਲ ਕਰ ਚੁੱਕੇ ਹਨ ਅਤੇ ਆਪਣੇ ਪਿਤਾ ਜੀ ਦੇ ਨਾਮ ਨੂੰ ਇਸ ਦੇਸ਼ ਦੀ ਧਰਤੀ ਦੇ ਨਾਲ-ਨਾਲ ਵਿਦੇਸ਼ਾਂ ਦੀ ਧਰਤੀ ਤੇ ਵੀ ਉੱਚੀਆਂ ਚੁੱਕ ਰਹੇ ਹਨ। ਸਰਦਾਰ ਮਹਿੰਦਰ ਸਿੰਘ ਗਰੀਬਾਂ ਅਤੇ ਦੀਨ ਦੁਖੀਆਂ ਦੇ ਮਸੀਹਾ ਸਨ ਅਤੇ ਹਮੇਸ਼ਾ ਹੀ ਹਰ ਇੱਕ ਦੀ ਮਦਦ ਖਿੜੇ ਮੱਥੇ ਕਰਦਿਆ ਕਰਦੇ ਸਨ। ਆਪ ਜੀ ਪਰਮਾਤਮਾ ਦੇ ਘਰ ਪ੍ਰਤੀ ਸੱਚੇ ਨਿਸ਼ਠਾਵਾਨ ਸਨ। ਆਪ ਜੀ ਬਹੁਤ ਹੀ ਮਿੱਠੀ ਬੋਲੀ ਦੇ ਮਾਲਕ ਸਨ ਅਤੇ ਆਪਣੀ ਮਿੱਠੀ ਬੋਲੀ ਨਾਲ ਹਰ ਇੱਕ ਨੂੰ ਆਪਣੀ ਤਰਫ ਖਿੱਚ ਲੈਂਦੇ ਸਨ। ਸਰਦਾਰ ਮਹਿੰਦਰ ਸਿੰਘ ਤਤਲਾ ਹੁਣਾਂ ਦੀ ਫੁਲਵਾੜੀ ਇਸ ਸਮੇਂ ਉਹਨਾਂ ਦੇ ਪੜਪੋਤਿਆਂ ਗੁਰਨੂਰ ਸਿੰਘ ਤਤਲਾ, ਹਰਸ਼ਾਨ ਸਿੰਘ ਤਤਲਾ, ਅਜੀਤ ਸਿੰਘ ਤਤਲਾ ਅਤੇ ਉਹਨਾਂ ਦੀਆਂ ਪੜਪੋਤੀਆਂ ਹਰੀਤ ਕੌਰ ਤਤਲਾ, ਇਸ਼ਨੂਰ ਕੌਰ ਤਤਲਾ ਅਤੇ ਉਹਨਾਂ ਦੇ ਪੜਦੋਤੇ ਉਦੇ ਸਿੰਘ ਨਾਲ ਮਹਿਕ ਰਹੀ ਹੈ। ਆਪ ਜੀ ਦੇ ਸ਼ਰਧਾਂਜਲੀ ਸਮਾਗਮ ਦੇ ਮੌਕੇ ਤੇ ਵੱਡੀ ਗਿਣਤੀ ਵਿੱਚ ਸੰਗਤਾਂ ਤੋਂ ਇਲਾਵਾ ਕਈ ਉੱਚ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। राजा प्रजा समकर मारे ऐसो गाल बडानी
राजा प्रजा सम कर मारे, ऐसो काल बिठानी गया। धन धन सतगुरु साहिब श्री गुरु ग्रंथ साहिब महाराज जी की पावन पवित्र हजूरी अंदर साढ़े बहुत ही सत्कारयोग सरदार महिंदर सिंह जी जिन्हों की अंतिम अरदास में शामिल होने वास्ते अज आप धन धन सतगुरु साहिब श्री गुरु ग्रंथ साहिब महाराज जी की पावन पवित्र हजूरी अंदर पहुंच रहे हैं। मौत बाबत सतगुरु श्री गुरु ग्रंथ साहिब महाराज की बाणी अंदर बहुत वचन आए हैं। सतगुरु सच्चे पातशाह कहते राणा राव न पूरहे रंग न तुंग फकीर बारी आपको अपनी होए न बंदे। सतगुरु कहते जदों ये समा आ गया फिर चाहे दुनिया का राजा होवे, चाहे दुनिया का कंगाल होवे, अमीर होवे, गरीब होवे, धर्मी होवे, अधर्मी होवे, पापी होवे, पुन्नी होवे, भाई जदों ये समा आ गया, जदों काल आ गया, फिर हर एक जीव नूं दुनिया विचों जाना पैंदा है। जो आया सो चल सी सब कोई आई वारी। सतगुरु कहते ये भी गल याद रखी, सारियां नहीं जाना है, आपको अपनी बारी। गुरु तेग बहादुर सच्चे पातशाह ने इत्थों तक कह दिता सतगुरु जी ने, सच्चे पातशाह कहते जो उपजे सो बिनस है करो आज के काल, नानक हर गुण गाए ले छाड़ सगल जंजाल। सतगुरु कहते ऐ इंसान याद रखी जेड़ी भी चीज दुनिया ते जेड़ा भी जीव दुनिया ते पैदा होया है, चाहे कीड़ी तो लेके हाथी तक है जीव है, इंसान है, जेड़ी चीज भी दुनिया ते पैदा हुई है उसका अंत एक ना एक दिन निश्चित है। जो उपजे सो बिनस है, ये कुदरत के निजम ने, लॉ ऑफ नेचर है, रब्बी सिद्धांत ने जिन्होंने बदलिया नहीं जा सकता। बड़े बड़े महाबली सूरमे बड़ी पैगंबर अवतार आए इस दुनिया से, पर शरीर करके सबनों जाना पिया। क्यों? शरीर की हद है। ये मां के पेट विचों पैदा होता है, ये बचपन आता है, ये जवानी आती है, ये बुढ़ेपा आता है। जिस चीज उत्ते समय का असर होवे, सतगुरु कहते वो चीज नाशमान है। ये गल याद रखिए। जो उपजे सो बिरस है करो आज के काल। कोई अज जा रहा है, किसी ने कल चलिया जाना, तय है, जाना यकीनन है। जे ये गल तय है, सच्चे पातशाह कहते फिर करना की चाहिए, नानक हर गुण गाए ले छाड़ सगल जंजाल। गुरु पातशाह कहते जंजाल विच ना फस, मोह ममता विच ना फस, माया की दौड़ विच ना फस, विषयां विकारां विच ना फस। उस मालिक ने जीवन दिता है, उस मालिक के नाल जुड़, उस मालिक की याद के नाल जुड़, ओदे गुण गा के इस जीवन नूं सफल बनाया जा सकता है। सतगुरु सच्चे पातशाह इत्थों तक कहते ने, ऐ इंसान तेरे जन्म लैण तो पहला तेरा मरना तय कर दिता जाता है। तेरा मरना तय करके तेन दुनिया में भेजा जाता है। गुरु बाबा जी कहते मरण
आए मंडन में आए जीवन साजे माई। तेरा मरना पहला तय किया जाता, फिर तेन दुनिया में भेजा जाता। इसलिए याद रखी, तय एक ना एक दिन इस दुनिया तो जाना है। जी गल तय है, निश्चित है, अटल है, जिन्होंने टाल नहीं कोई सकता, जिस निजम कोई तोड़ नहीं सकता। मेरे गुरु पातशाह तो पुछना करिए, सच्चे पातशाह दुनिया में आने का साडा मकसद की है? जीव दुनिया में आया काहदे वास्ते है? ਇਹਦੀ ਜ਼ਿੰਦਗੀ ਦਾ ਮਕਸਦ ਕੀ ਹੈ? ਇਹਦੀ ਜ਼ਿੰਦਗੀ ਦਾ ਮਨੋਰਥ ਕੀ ਹੈ? ਏਮ ਆਫ ਲਾਈਫ ਕੀ ਲੈ ਕੇ ਆਇਆ? ਤਾਂ ਗੁਰੂ ਪਾਤਸ਼ਾਹ ਕਹਿੰਦੇ, ਰੋਜ਼ਾਨਾ ਰਹਿਰਾਸ ਦੀ ਬਾਣੀ ਅੰਦਰ ਵਚਨ ਪੜ੍ਹਦੇ ਹੋ, ਭਈ ਪ੍ਰਾਪਤ ਮਾਨੁਖ ਦੇ ਹੋਈਆ ਗੋਬਿੰਦ ਮਿਲਣ ਕੀ ਇਹ ਤੇਰੀ ਬਲੀ। ਇਹ ਮਨੁੱਖਾ ਜਨਮ ਇਹ ਵਿਭਾਗੀ ਜੀਵਨ ਮਿਲਿਆ, ਕਾਹਦੇ ਵਾਸਤੇ ਮਿਲਿਆ? ਸੱਚੇ ਪਾਤਸ਼ਾਹ ਕਹਿੰਦੇ ਗੋਬਿੰਦ ਮਿਲਣ ਕੀ ਇਹ ਤੇਰੀ ਬਲੀ ਹੈ। तेरी आत्मा परमात्मा दे विच अभेद हो जाएगी, तू सत्यार सच्चे जीवन का मालिक बन जाएगी। तेरा जम्मन मरना खत्म हो जाए, सदीवी काल वास्ते तू वाहिगुरु परमात्मा के चरणों में जलिया जाए। तेरा जम्मन मरण खत्म हो जाए, तेरी आत्मा परमात्मा में अभेद हो जाए। इस जन्म इस कर्म वास्ते जन्म मिले। ते आओ जिन्हें भी आप साडे बहुत ही सत्कारयोग सरदार महिंदर सिंह जी की अंतिम अरदास में बैठे हैं। एक गल याद रखो, अपनी अंतिम अरदासां भी इवें ही होणगीआं, पर इत्थे बैठ के विचारना की है? ये विचारना कि जिस जिंदगी के मकसद वास्ते ये जीवन मिलिया, उस मकसद वाली किन्ना क वधे, किन्ना क जीवन सत्यार बनिया, किन्ना क सच्चे जीवन के मालिक बनिया, किन्ना कुछ वाहिगुरू नूं याद करते हैं। साडी जिंदगी के कर्म किदां दे ने, साडा जीवन किदां दा है, अपने आप बनी देखना है, बाहर नहीं, दूजियां बनी नहीं देखना, दूजियां दे जीवन बनी नहीं देखना। इत्थे हजूरी अंदर बैठ के अपने आप बनी झाक मारिए ते गुरु ग्रंथ साहिब महाराज की बाणी मनुख नूं अपने नाल ही जोड़ रही है। आओ आपां यही विचार करनी है, जिन्नियां भी संगतां बैठे हो, कृपा करियो एकांत एकाग्रता बड़ी जरूरी है। क्योंकि ये कीर्तन दो तरह का होता है, एक वो कीर्तन जिहड़ा शब्द कीर्तन होता है, जोड़ी ना कीर्तन हो रहा है, पर एक आ कीर्तन जिहदे आप बैठ के विचार करनी है, ये एकाग्रता मंगदा है। सो आओ जिन्नियां भी संगतां सतगुरु की हजूरी अंदर बैठे हो, सब तो पहला कलगीधर पातशाह की बख्शिश गुरगति नाल सांझ पाइए। कोई भी रसना बांधी ना रहे, बुलाओ फतेह आखो जी वाहिगुरू जी का खालसा वाहिगुरू जी की फतेह। बाबा कबीर साहब जी बिलावल राग के अंदर 855 अंक के एक शब्द उच्चारण करते हैं, मौत पाओ। आओ आप विचार करिए। बाबा कबीर जी कहते धारणा पड़ी सी, राजा परदा सम कर मारे, ऐसो काल विडानी हुई। इस शब्द विचों बाबा कबीर जी कहते ऐसो ये संसार वेखना रहन न को पई है। अजीब ये दुनिया इस तरह देखने में चाहिए है कि इत्थे सदा वास्ते कोई नहीं रहा, इत्थे सदा वास्ते किसी ने नहीं रहना। आपो अपनी बारी इंसान जीव चली जा रहे हैं। भारत की धरती से शेर उगता है, समय समय अनुसार रुत बदलती है, कितने पतझड़ आता है, कितने सावन आती है, कितने बहार आती है, गर्मी आती है, सर्दी आती है। गुरु पातशाह कहते इसी तरह अजीब दुनिया, हर इंसान हर जीव आपको अपनी बारी जा रहे हैं। बाबा कबीर जी कहते ये संसार तो है ही इस तरह का, इतने सदा वास्ते कोई नहीं है। क्योंकि जग रचना सब झूठ है, जान ले हो रे नींद कह नानक चर ना रहे, ज्यों बालू की पीत। सच्चे पातशाह कहते जग रचना सब झूठ है, जान ले रन। इस जगत में जेड़ा तेनू जीवन मिलिया ये सच्चा नहीं है, ये झूठ है। भाव ये एक ना एक दिन जाना खत्म होना है। बालू की पीत कहते हैं रेत की कंध। गुरु बाबा जी कहते याद रख, रेत की कंध ते महल नहीं उसारी।
रेत की कंध ते महल नहीं उसरदे। जिस तरह गुरु तेग बहादुर पातशाह कहते जैसे जल ते बुलबुला उपजै बिनसै नीत जग रचना तैसे रची कहो नानक सुन मीत। कहते जाए इंसान जिवें पानी ते बुलबुले पैदा होंदे ने, उच्ची जगह तो पानी थल्ले डिगदा है, एक सेकंड में सैकड़े बुलबुले पैदा होकर खत्म हो जाते हैं। गुरु बाबा जी कहते इन्नी तो बुनियाद है तेरे जीवन की। मान ना कर, अहंकार ना करी, इन्नी तो बुनियाद है तेरे जीवन की। पानी के बुलबुले वांग जेड़े एक सेकंड में, एक मिनट में सैकड़े नहीं हजारों बुलबुले बन के खत्म हो जाते हैं। बाबा कबीर जी कि जगह कहते ये वचन गुरु ग्रंथ साहिब के दर्ज नहीं, मैं पहला दस दिया। कबीर बुलबुला पानी दा यह तेरी औकात जिस घर मौजा मारिया रहन न दिंदे रात। बाबा कबीर जी कहते काजी मेर कर दे अपने शरीर का हंकार, धन दौलत का हंकार, परिवार का हंकार, रुतबिया का हंकार। बाबा कबीर जी कहते भलिया याद रख एक गल, इस शरीर में जिन्ना चिर वाहिगुरू की जोत टिकी है, ये शरीर तुरदा है, फिरदा है, खांदा पींदा, हसदा खेडदा है, अपनी जिंदगी दी जिम्मेवारियां निभाउंदा है। पर याद रखी जिद्दां इस शरीर दे विचों वाहिगुरू की जोत निकल गई, ये मिट्टी की ढेरी बन जाना। ते जिन्ना दा तू हंकार करदा ना मेरे मेरे अपने, बाबा कबीर जी कहते जिद्दां वाहिगुरू की जोत निकल गई, एक रात तेन रखना इन्होंने निर्माण करना, फिर हंकार करना है। सतगुरु बाबा कबीर साहब जी कहते ऐसो ये संसार वेखना रह न को पई है रे, सूदे सूदे रेग चलो तुम नतर तक्का दिवई है रे। बाबा कबीर जी कहते याद रखी तै मरना, इसलिए सीधे रास्ते तुरया चलिए। भाव आप कहते ना कई बार जो कोई बच्चा गलत काम करता है कि पुठे काम बंद करते, बंदा बन के सीधा सीधे काम करेगा। इंसान को बार बार कहना पैंदा है गल कि सीधा हो, सीधे रास्ते चल। क्यों? ਇਹਦਾ मन पुठे पासे बड़ी जल्दी भजदा है, ये मन का सुभाव है, मन की फितरत है। पुठे पासे बुरे काम को ऊंच खलोया नाम की बेड़ा पै पै सोया। बुरे पासे तो बड़ी जल्दी भजदा है। पर जे गल करिए गुरु घर आया करो, बाणी पढ़िया करो, सेवा करया करो, ना जी ना बाबा जी टाइम नहीं है, समा नहीं है, बाणी पढ़न का समा नहीं, सेवा करन का समा नहीं, गुरु घर आउण का समा नहीं। पर जो पुठे पासे जाना हो फिर समा भी निकल आउंदा, टाइम भी निकल आउंदा। क्यों? मन का स्वभाव है, मन की गिरती है, इनू बदलना बड़ा औखा है। पर सतगुरु की बाणी नाल जुड़ के बदलिया जा सकता है। बाबा कबीर जी कहते सूदे सूदे रेग चलो, ऐ इंसान सीधे रास्ते सीधा होके तुरया चली, नदर को धक्का दिवई है, नहीं तो फिर कहते बड़ा डाटा धक्का लगना। भाव इस भरम विच कि इत्थे सदा बैठे रहना, इंसान कुरास्ते पै जाता है, कुराहे पै जाते हैं। याद रखिए इत्थे सदा नहीं बैठे रहना, सतगुरु की बाणी नाल जुड़िया रही। बाबा कबीर जी कहते सीधे रास्ते ते चलिया रही कि चंगे जीवन का मालक बन जाएगा। ये गल याद रखी, इत्थे सदा नहीं बैठे रहना। इत्थे बैठनी किसे ने
गली महला तीजा आनंद एक ओंकार सतगुर प्रसाद आनंद पया मेरी माए सतगुर में
आप जी के हजूर बेनती है सतगुरु जी आप जी दे हुक्म अनुसार कल्ले राय नानका सदे उची जाए दे महावाक्य अनुसार सरदार महेंद्र सिंह जी आप जी ਦੀ ਬਖਸ਼ੀ ਹੋਈ ਆਜੂ ਨੂੰ ਭੋਗਦੇ ਹੋਏ ਆਪ ਜੀ ਦੇ ਚਰਨਾਂ ਵਿੱਚ ਪਹੁੰਚੇ ਹਨ ਉਹਨਾਂ ਦੀ ਆਤਮਿਕ ਸ਼ਾਂਤੀ ਨੂੰ ਮੁੱਖ ਰੱਖਦੇ ਹੋਇਆ ਪਰਿਵਾਰ ਦੇ ਨੂੰ ਆਪਣੇ ਗ੍ਰਹਿ ਵਿਖੇ ਸ੍ਰੀ ਸਹਿਜ ਪਾਠ ਪ੍ਰਾਰੰਭ ਕਰਾਏ ਸਨ ਜਿਨ੍ਹਾਂ ਦੇ ਅੰਮ੍ਰਿਤ ਵੇਲੇ ਭੋਗ ਪਾਏ ਗਏ ਉਸ ਤੋਂ ਉਪਰੰਤ ਮਹਾਰਾਜ ਸੱਚੇ ਪਾਤਸ਼ਾਹ ਜੀ ਅੰਤਮ ਅਰਦਾਸ ਨੂੰ ਮੁੱਖ ਰੱਖਦੇ ਹੋਇਆ ਆਪ ਜੀ ਦੀ ਹਜ਼ੂਰੀ ਵਿਖੇ ਕਥਾ ਕੀਰਤਨ ਵਿਚਾਰਾਂ ਕੀਤੀਆਂ ਗਈਆਂ कथा कीर्तन विचारा करते बाणी पढ़ते सेवा करते सतगुरु जी बेअंत भुलां होइयां भुलां की माफी बख्शनी अगे वास्ते शुद्ध बाणी शुद्ध सेवा करते समत बख्शनी पढ़ी सुनी बाणी का भाव विछड़ी आत्मा ਨੂੰ बख्शना सरदार महेंद्र सिंह जी ਨੂੰ अपने चरणों में निवास बख्शना पिछे परिवार ਨੂੰ भाणा मनन का बल बख्शना सतगुरु जी अंतिम अरदास ਨੂੰ ਮੁੱਖ ਰੱਖਦਿਆਂ ਹੋਇਆਂ ਜੋ ਵੀ ਸੰਤਾਂ ਆਪ ਜੀ की हजूरी विखे तलफ लपेटावां लेके हाजिर होए सब ਦੀਆਂ ਭੇਟਾਵਾਂ ਆਪ ਜੀ ਦੇ ਦਰ ਪ੍ਰਵਾਨ ਕਰਨੀਆਂ ਸਮੂਹ ਸੰਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਕਾਰਜ ਰਾਸ ਕਰਨੇ ਐਸ ਵੇਲੇ ਮਹਾਰਾਜ ਸੱਚੇ ਪਾਤਸ਼ਾਹ ਜੀ ਉਹ ਪਰਿਵਾਰ ਵੱਲੋਂ ਆਪ ਜੀ की हजूरी विखे पवित्र कड़ाह प्रसाद ਦੀ ਦੇਗ ਹਾਜ਼ਰ ਹੈ ਕਿਰਪਾ ਕਰੋ ਆਪ ਭੋਗ ਲਾਭ ਲੱਗਿਆ ਭੋਗ ਸਮੂਹ ਸੰਗਤ ਵਿੱਚ ਵਰਤੇ ਜੋ ਸਕੇ ਸੋ ਆਪ ਜੀ ਦਾ ਨਾਮ ਸਤਨਾਮ श्री वाहिगुरु जपे परिवार वालों सुंदर माले भेंट कीते गए आप अंगीकार करो सेवकों के लोग परलोक पढ़ते कदने सतगुरु जी कृपा करो ऐस वेले आप जी के पवित्र अलाही हुक्मनामे बख्शिश करके निहाल करो जो जी आवे सो राजी जावे धन गुरु नानक नाम चढ़दी कला तेरे भाणे सतनाम भला वाहिगुरु जी का खालसा वाहिगुरु जी की फतेह सोनिहाल सो श्री वाहिगुरु जी का खालसा वाहिगुरु जी की फतेह तनासरी महला बनेवा दीन दर्द निवार ठाकुर राखें की आप तारण तारण हर नित दुख ना सकै व्याप दीन दर्द निवार ठाकुर राखें की आप तारण तारण हर नित दुख ना सकै व्याप साधु संग भजो गोपाल आन संयम कृष्ण सूझे ए जतन घाट गल काल रहाउ आद अंत दयाल पूरना तिस बिना नहीं कोई जन्म मरण विवार हर जप सिमर स्वामी सोए वेद सिमरत
चरण कमल आधार जन का रास बूंदी का कान मान विमान साजा नानक की प्रभ एका। वाहिगुरु जी का खालसा वाहिगुरु जी की फतेह। जो कुछ दिन पहले सानू साढ़े बहुत ही सत्कारयोग सरदार महेंद्र सिंह मशवरा दे के सानू भी अंतिम अरदास में शामिल होकर परिवार के नाल दुख साझा करने वास्ते हाजिर होए हैं। सज्जन मेरे रंगले जाए सुते दी रान समझी बंदे गोलने गोलना चीरीबान सबना सैर बजना सब बलावन हार सबना मरना आया विछोड़ा सबना। विछोड़ा शब्द ही इतना दुखदाई है कि मिलापा था खुशी है, विछोड़ा का दुख है। आज विछोड़ा एक बाप का परिवार के लिए बाप की सरपरस्ती भी बड़ी बड़ी जरूरी है। जिन्ना चर बाप साढ़े सिर पर होंगे तो सानू बड़ी बेफिक्री होती है, पर जो बाप सिर पर लगे तो दुनिया सुनी हो जाती है। बहुत सारी हालात ने कि गुरु ग्रंथ साहब के बहुत बारे इंसान को समझाना किया गया, पर किया कुछ नहीं जा सकता। मैं किया पाना आप बहुत चंगी तरह इस गल में जानते हैं कि मेरा संसार है विनाशहीन है। कोई नुकसान इतने पक्के तौर पर यह नहीं मैं कह सकता सारे ने असं बारों बारी इतों जाना। जन्म तो मौत तक का सफर के बारे भगत जी कहते हैं क्या जाना कब मरेंगे कैसा मरना हुए। भगत जी कहते पता नहीं मौत कदों होनी हो सकता मौत का जी गर्भ के भी आ जाने हो सकता बचपन ही न मिले। जेकर बचपन मिल गया तो हो सकता जवानी न मिले, यदि जवानी मिल गई तो हो सकता बुढ़ापा न मिले। अगे जाके कहते कारण की बनना मौत का उसके बारे में इंसान को पता नहीं बीमार होकर मरना या किसी एक्सीडेंट में मारा जाना उसके बारे में इंसान को नहीं पता। और जब कोई प्राणी सब तो बिछड़ता उसके बारे बाबा नानक जी सानू समझाना करते हैं नानक बाबा किसनू लगे बाजी है संसार बाजी क्या गया खेल लो हर एक घर के मौत रूपी खेल खेली जानी तो बाबा जी कहते किस किस को होगी। अगे जाके कहते संत हुआ करोड़िए जो अपने ग्रह जाए सारू इंसान जिस तरह सरदार महेंद्र सिंह जिन्होंने जीवन बड़ा साफ सुथरा सी जो संतां वर्गी रूह साढ़े को जाती है तो उन्होंने नहीं रोना चाहिए। अगे जाके सानू रोण वास्ते भी कहा गया रोगो सख्त वापरे जो हाटे हट पकाए। जेड़े इंसान ने हटी हटी ते देख के अपना हीरा जीवन बर्बाद कर लिया पुठे सीधे कामां दे विच उन्होंने रोण वास्ते सानू कहा गया। और जिथों तक परिवार की गल करिए तो जिथे उन्होंने सरदार महेंद्र सिंह उन्होंने अपना पिता पुरखी धंधा बना के परिवार को तरक्की की लेखन से लिया बड़ी मेहनत की बड़े औखा समा सी उदों को साधन नहीं सी होते हम तो साधन बड़े ने सारे डिब्बे होंगे सी कई खड़ी होंगी सी सारे एरिए में कोई फसल नहीं सी होती चंगी तो उन्होंने परिवार को तरक्की की राह लिया कि जिथे अपनी तीन धियां चंगे परिवार ने सेट किया उत्थे अपने बच्चों को विदेश के सरदार जगमेल सिंह होनी उस्ताद सिंह होनी बैठे ने और परिवार को बड़ी तरक्की के राह पर तुरया। क्योंकि जदों साडे समाज के विचों एक एक करके बुजुर्ग जा रहा जिथे अज परिवार को बड़ा बड़ा घाटा मैं समझदा समाज में बड़ा बड़ा घाटा क्योंकि बुजुर्गों की साडे समाज को बड़ी बड़ी देन है। बुजुर्गों ने साडे समाज को बढ़ाया और गुरु साहब सानू मौत बारे समझाना करते हैं पगले में पगल समाया ज्योति में ज्योतरा लगाया माटी माटी होइए रोहन मारी कमल दे। पंजा तत्तां तो साडा शरीर बनया हवा पानी धरती आकाश ते अग्नि जो पंजे तक अपनी अपनी थां पर पहुंच जाते तो असं समझ लें कि फलाने इंसान की मौत हो गई है। जिन्हें जिन्हें साडा संबंध असीं रोज़ खराब भी करते हैं असं महसूस करके घर में चले जाते पर सानू भी नहीं पता होता कि वो आई कितों से चली कितने गई है। उन्हें बारे पंजवें पातशाह साहब सिंह गुरु अर्जन देव जी सानू समझाना करते हैं कौन हुआ रे कौन हुआ ब्रह्म ज्ञानी बल करो उच्चा
गुरु साहब कहते भाई को मिला नहीं से विछोड़ा है जितों आई सी वो उत्थे वापस चली गई। इस करके बहुत सारिया धारणा ने कि गुरु ग्रंथ साहब ने स्नान समझाना किया गया कि मानव जन्म दुर्लभ है वो ना बटवा पता नहीं है जीवन अपन मुड़ के मिलना या नहीं मिलना। इस करके ऐसे ऐसे जीवन के चंगे काम करके जाइए ताकि साड़ी इतनी बढ़ियाई गुरु दरगाह के विच भी सानू चंगी जगह मिल सके। जिस तरह सरदार महेंद्र सिंह उन्होंने का जीवन सीगा जिन्ना समा भी उन्होंने संसार में मिला उन्होंने नेक कमाई की है बड़ा वधिया सुभाव के मालिक सी और परिवार भी बड़ा सियाणा भाणे दे विच रह के दुख नूं छोटा किया जा सकता और परमात्मा ने सानू बहुत जिहड़ा साडा सिख इतिहास है बड़ा कुर्बानियां कराया हुआ है जो याद करके सानू ढारस मिलती है। असीं दुख नूं झल्लण दे योग बनते हैं कि बहुत सारे आगू साहबान परिवार के नाल दुख प्रगट करके गए ने और मैं 2 मिनट के लिए बेनती करूंगा जैसा गुरदेव सिंह जी को क्यों आके सरदार महेंद्र सिंह जी उन्होंने जीवन बारे जानना पाओगे। सरदार गुरदेव सिंह जी जैसा महेंद्र सिंह की अंतरदास में शामिल होया सो सारी संगत ਨੂੰ ਫਤਿਹ ਪ੍ਰਵਾਨ ਹੋਵੇ। ਵਾਹਿਗੁਰੂ जी का खालसा वाहिगुरू जी की फतेह। इस तरह सुखवंशों ने दस्या ही आ परिवार बारे सरदार महेंद्र सिंह की जीवनी जो भी जिस तरह इन्होंने आपका जिंदगी का ये सफर तय किया उसके बारे काफ़ी कुछ ये दस चुके हैं क्योंकि इन्हों की उम्र तकरीबन हम 85-84 साल के लगभग सी। तो जिस टाइम इन्हों की उम्र बिल्कुल जवानी बीतते थे उदों साडा बचपन सी 9-10 साल की साड़ी उम्र होंगी सी। जिस तरह साडे पिंड का वातावरण सीगा क्योंकि मैं ज़्यादा रौब के विषय से नहीं बोलना क्योंकि सुखवंश होनी काफ़ी कुछ इतना गलों के बारे चालन पा चुके आप हमेशा ही ये गल्लां सुनते रहते हैं। पर जो जरूरी गल आ अजकल की जो नौजवान पीढ़ी आ उसके बारे मैं करनी चाहना क्योंकि जो ये पूरी जवानी सीगे साडे पिंड के नाले टिब्बे टिब्बे होंदे सीगे चारे पासे तो पिंड रेते नाल ढकिया सी झाड़ियां बूझे हो रहे या कुछ बहुत होंदा सी पिंड जाने दसदा नहीं सी होंदा चारे पासे तो। सो उस टाइम के जिस तरह इन्होंने दस्या खेती का धंधा सी आम अपने नगरों के जिम्मे पता ही है तड़के 3-4 बजे आप हल जोड़ते थे मगर भाइयां रोटी पानी का जो प्रबंध से वो करदियां सी। फिर उस तो बाद पट्ठे तत्थे का काम करके शाम के 2:30-4 बजे तक जो भी उस टाइम का रूटीन सीगा पिंडा के जो बुजुर्ग सी वो जिस तरह पता वो भी बैठे होंगे सी। पर जो ये जवान सीगी पीढ़ी उस टाइम की साडे पिंड एक कुटिया स्थान बनया हुआ तुसीं देखिया होना सारे ने हुण तां बिल्कुल उत्थों टिब्बे वगैरह साफ हो गए। तो साडे एक लंगा खूह हुंदा सी उत्थों दी एक छोटी जी गड्डी हुंदी सी उत्थों दी आम तौर पर असीं सारे अगे लंघदे हुंदे सी काठिया वल जाना ते तां भी उधर दी करा हुंदा सी रेते वाला। सो मेरा कहण दा मतलब उत्थे थोड़ी जी जगह खुली सी सियाल दा दिन हुंदे सी उत्थे ये जो नौजवान साडे उस टाइम दे सीगे इन्हां दा हमेशा उत्थे शाम के टाइम ते जो खेडां दा प्रोग्राम उस टाइम यही हुंदा सी जां कबड्डी हुंदी सी जां कोई घोड़ वगैरह कुश्तियां इहो जिहा कुछ हुंदा सी। सो असीं देखदे हुंदे सी ये कबड्डी का हर रोज इन्हां दी प्रैक्टिस हुंदी सी। साडे पिंड दे 10-15 उस टाइम के बजुर्ग सी जिहड़े वो कबड्डी खेलते हुंदे सी। उन्हां दे विच सरदार महेंद्र सिंह एक जिस तरह आप आम कह दिंदे आ भी अजकल जो खेडां वाले स्पोर्ट्समैन आ वो चमकदा हीरा हुंदा सी क्योंकि सरीरक तौर पर बहुत सोहनी सेहत सी देखण पाखण भी सोहना शरीर सी और कबड्डी दे विच भी इन्हां दा काफ़ी योगदान सीगा। वधिया इलाके दे विच मशहूर कबड्डी प्लेयर सी उस टाइम ते और उसके नाल ही जिहड़ी वड्डी गल मैं हुण कहणी चाहुंदा जो साडे वर्गे 9-10 साल के बच्चे हुंदे सी उन्हां ने रीजनल साइड ते आपकी वो छोटी जी ग्राउंड बना लेनी और 3-4 तरह दी टीमां साडे बच्चों दियां उदों खेलदियां होंदियां सी। सो मेरा कहण दा मतलब इन्हां ने आपका जो जवानी का पीरियड सी घर के धंधिਆਂ ਦੇ ਨਾਲ और ये जो सरीरक तौर पर भी इन्होंने बहुत वधिया आपका जिंदगी कढ़ी आ। उस तो बाद जिवें इन्हां दी जो गृहस्थी जीवन आ ਉਹਦੇ बारे मैं इन्ना की जानता भी इन्होंने 2 बेटे सीगे अजरूर
ਆਪਣੇ ਜਗਮੇਲ ਸਿੰਘ ਵੀ ਬੈਠੇ ਆ, ਪਾਲ ਸਿੰਘ ਵੀ ਬੈਠੇ ਆ। ਇਹਨਾਂ ਨੂੰ ਬਹੁਤ ਵਧੀਆ ਬੱਚੀਆਂ ਸੀਗੀਆਂ, 3 ਇਹਨਾਂ ਦੀਆਂ ਬੇਟੀਆਂ, ਔਰ ਸਾਰੇ ਬੱਚਿਆਂ ਨੂੰ ਇਹਨਾਂ ਨੇ ਬਹੁਤ ਸੋਹਣੀ ਸਿੱਖਿਆ ਦੇ ਕੇ ਇਹਨਾਂ ਨੂੰ ਆਪੋ ਆਪਣੇ ਕਾਰੋਬਾਰਾਂ ਦੇ ਵਿੱਚ ਪੂਰੀ ਤਰ੍ਹਾਂ ਸਿੱਖ ਕੀਤਾ। ਔਰ ਜਗਮੇਲ ਤਾਂ ਤੁਹਾਨੂੰ ਪਤਾ ਹੀ ਆ ਕਿ ਪੁਲਿਸ ਦੀ ਨੌਕਰੀ ਕਰਦੇ ਸੀਗੇ। ਉਸ ਤੋਂ ਬਾਅਦ ਪਾਲ ਸੀਗਾ, ਇਹ ਆਪਣਾ ਖੇਤੀ ਦਾ ਧੰਦਾ ਆਪਣੇ ਬਾਪੂ ਜੀ ਨਾਲ ਕਰਾਉਂਦਾ ਸੀਗਾ। ਸੋ ਮੇਰਾ ਕਹਿਣ ਦਾ ਮਤਲਬ ਇਹਨਾਂ ਨੇ ਆਪਣਾ ਗ੍ਰਸਤੀ ਜੀਵਨ ਵੀ ਬਹੁਤ ਵਧੀਆ ਸ਼ੁਰੂ ਕੀਤਾ। ਉਸ ਤੋਂ ਬਾਅਦ ਜੋ ਪਿੰਡਾਂ ਦੀ ਸਮਾਜਿਕ ਜ਼ਿੰਦਗੀ ਹੁੰਦੀ ਆ, ਔਰ ਜਿਸ ਤਰ੍ਹਾਂ ਆਪਣੇ ਪਿੰਡਾਂ ਦੀਆਂ ਪੰਚਾਇਤਾਂ ਜਾਂ ਹੋਰ ਕਈ ਤਰ੍ਹਾਂ ਦੀਆਂ ਸੰਸਥਾਵਾਂ ਹੁੰਦੀਆਂ, ਉਹਦੇ ਵਿੱਚ ਵੀ ਇਹਨਾਂ ਦਾ ਕਾਫੀ ਯੋਗਦਾਨ ਰਿਹਾ। ਉਹ ਪਿੰਡ ਦੀ ਜੋ ਪੰਚਾਇਤ ਸੀ ਉਹਦੇ ਵਿੱਚ ਵੀ ਕਾਫੀ ਦੇਰ ਇਹ ਸਰਗਰਮ ਮੈਂਬਰ ਰਹੇ ਆ। ਸੋ ਬਹੁਤ ਕੁਝ ਕਿਹਾ ਜਾ ਸਕਦਾ, ਕਿਉਂਕਿ ਮੇਰਾ ਥੋੜਾ ਜਿਹਾ ਸਰੀਰ ਠੀਕ ਨਹੀਂ ਗਾ, ਤਾਂ ਇਹਦੇ ਨਾਲ ਤੋਂ ਮੈਂ ਬਿਮਾਰ ਸੀ। ਸੋ ਇਹ ਤਾਂ ਆਪਣੇ ਜਗਮੇਲ ਉਹਨਾਂ ਦੀ ਬੇਨਤੀ ਸੀ ਵੀ ਜ਼ਰੂਰ ਕੁਛ ਨਾ ਕੁਛ ਉਹਨਾਂ ਦੇ ਜੀਵਨ ਬਾਰੇ ਦੱਸੋ। ਸੋ ਮੇਰਾ ਇੱਕੋ ਹੀ ਇੱਕ ਸੁਨੇਹਾ ਆਪਦੇ ਅੱਜ ਕੱਲ੍ਹ ਜੋ ਬੱਚੇ ਆਪਣੇ ਨੌਜਵਾਨ ਪੀੜ੍ਹੀ ਆ, ਕਿਉਂਕਿ ਉਸ ਟਾਈਮ ਤੇ ਤਾਂ ਮੈਂ ਤੁਹਾਨੂੰ ਦੱਸਿਆ ਵੀ ਅਸੀਂ ਰੇਤੇ ਦੇ ਵਿੱਚ ਹੀ ਆਪਦਾ ਜੋ ਪ੍ਰੋਗਰਾਮ ਹੁੰਦਾ ਸੀ ਉਹ ਕਰਦੇ ਸੀ, ਖੇਡਦੇ ਸੀ, ਕਰਨ ਦੇ ਕੰਮ ਵੀ ਕਰਦੇ ਸੀ। ਪਰ ਅੱਜ ਕੱਲ੍ਹ ਆਪਾਂ ਨੂੰ ਬੜੀਆਂ ਸਹੂਲਤਾਂ ਖੇਡਾਂ ਵਾਸਤੇ ਦੇਖੋ, ਗਰਾਊਂਡਾਂ ਬਣ ਗਈਆਂ। ਆਪਣੇ ਪਿੰਡ ਦੀ ਪਾਰਕ ਤੁਸੀਂ ਦੇਖਦੇ ਹੋ, ਸ਼ਾਮ ਨੂੰ ਬਹੁਤ ਵਧੀਆ ਤਰੀਕੇ ਨਾਲ ਬੀਬੀਆਂ, ਬੱਚੇ ਔਰ ਜੋ ਜਵਾਨ ਮੁੰਡੇ ਆ, ਇਹ ਸਾਰੀਆਂ ਖੇਡਾਂ ਖੇਡਦੇ ਆ। ਸੋ ਮੇਰਾ ਇੱਕੋ ਹੀ ਸੁਨੇਹਾ ਵੀ ਜਿਸ ਤਰ੍ਹਾਂ ਇਹ ਸਾਡੇ ਬਜ਼ੁਰਗ ਨੇ ਆਪਦੀ ਜ਼ਿੰਦਗੀ ਬਹੁਤ ਵਧੀਆ ਤੰਦਰੁਸਤ ਜ਼ਿੰਦਗੀ ਨਿਭਾਈ ਆ। ਠੀਕ ਆ, ਮਗਰੋਂ ਆ ਕੇ ਥੋੜਾ ਜਿਹਾ ਢਿੱਲੇ ਜ਼ਰੂਰ ਹੋ ਗਏ ਸੀ, ਪਰ ਇਹ ਤਾਂ ਇੱਕ ਜੀਵਨ ਦੀ ਖੇਡ ਆ। ਕਿਉਂਕਿ ਹਮੇਸ਼ਾ ਮਾੜਾ ਮੋਟਾ ਜਦੋਂ ਵੀ ਕੋਈ ਫਸਲ ਪੱਕਦੀ ਆ, ਉਹਦਾ ਕੋਈ ਨਾ ਕੋਈ ਅੰਤ ਤਾਂ ਜ਼ਰੂਰ ਹੁੰਦਾ। ਸੋ ਇੱਕ ਬਹਾਨਾ ਵਾ ਜ਼ਿੰਦਗੀ ਦਾ, ਬਹੁਤ ਟਾਲਾ ਹੈ ਜ਼ਰੂਰ ਆਉਣੀ ਆ। ਸੋ ਮੈਂ ਇਹੀ ਕਹਿੰਦਾ ਭਾਈ, ਅੱਜ ਕੱਲ੍ਹ ਜੋ ਦੌਰ ਆ, ਤੁਸੀਂ ਆਪਣੀਆਂ ਸਿਹਤਾਂ ਬੱਚਿਆਂ ਨੂੰ, ਬਾਕੀ ਮਾਂ ਪਿਓ ਨੂੰ ਬੇਨਤੀ ਆ ਵੀ ਇਹਨਾਂ ਨੂੰ ਵਧੀਆ ਸਿੱਖਿਆ ਤੇ ਸਿਹਤ ਦਾ ਧਿਆਨ ਦਿਓ। ਜੇ 2 ਚੀਜ਼ਾਂ ਆਪਾਂ ਕਰ ਲਈਏ, ਇਹਦੇ ਵਿੱਚ ਸਾਰਾ ਕੁਝ ਹੀ ਆ ਜਾਣਾ। ਬਾਕੀ ਜੋ ਤਰੱਕੀਆਂ ਉਹ ਆਪੇ ਹੋ ਜਾਂਦੀਆਂ। ਇਸ ਪਰਿਵਾਰ ਦੀ ਤਰੱਕੀ ਤੁਸੀਂ ਦੇਖ ਲਓ, ਇਹਦਾ ਮੁੱਢਲਾ ਕਾਰਨ ਇਹੀ ਆ ਵੀ ਇਹਨਾਂ ਨੇ ਵਧੀਆ ਤਰੀਕੇ ਨਾਲ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕੀਤਾ, ਔਰ ਉਸ ਤੋਂ ਬਾਅਦ ਇਹਨਾਂ ਨੂੰ ਵਧੀਆ ਸਿੱਖਿਆ ਦਿੱਤੀ। ਔਰ ਅੱਜ ਦੇਖ ਲਓ ਤੁਹਾਡਾ ਕੱਦ ਦੱਸਦਾ ਵੀ ਕਿੱਥੇ ਤੱਕ ਇਹ ਪਹੁੰਚ ਚੁੱਕੇ ਆ। ਸੋ ਮੇਰੀਆਂ ਇਹ ਵੀ ਬੇਨਤੀਆਂ ਸੀ। ਬਾਕੀ ਮੰਤਰੀ ਥੋੜੀ ਆ ਗਏ ਆ, ਬਾਕੀ ਆਪਣੇ ਸ਼ੁਰੂਆਤ ਦਾ ਅਗਲਾ ਪ੍ਰੋਗਰਾਮ ਇਹ ਦੱਸਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਮੈਂ ਬੇਨਤੀ ਕਰਾਂ ਜੋ ਸਾਡੇ ਹਲਕੇ ਦੇ ਐਮਐਲਏ ਨੇ ਸਰਦਾਰ ਮਨਪ੍ਰੀਤ ਸਿੰਘ ਜੀ ਨਿਆਲੀ, ਉਹ ਆ ਕੇ ਸਰਦਾਰ ਮਹਿੰਦਰ ਸਿੰਘ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰ ਔਰ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕਰਨ। ਸਰਦਾਰ ਮਨਪ੍ਰੀਤ ਸਿੰਘ ਜੀ ਸਭ ਦੀ ਹਜ਼ੂਰੀ ਵਿੱਚ ਵਿਰਾਜਮਾਨ ਗੁਰੂ ਰੂਪ ਸਾਧ ਸੰਗਤ ਜੀ ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਸਾਰੇ ਸਾਡੇ ਬਹੁਤ ਹੀ ਸਤਿਕਾਰਯੋਗ ਬਜ਼ੁਰਗ ਸਰਦਾਰ ਮਹਿੰਦਰ ਸਿੰਘ ਜੀ ਦੀ ਅੰਤਮ ਅਰਦਾਸ ਵਿੱਚ ਸ਼ਾਮਲ ਹੋਣ ਵਾਸਤੇ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਸਤੇ ਇਕੱਠੇ ਹੋਏ ਹਾਂ। ਗੁਰਬਾਣੀ ਦਾ ਫਰਮਾਨ ਹੈ, ਜੋ ਆਇਆ ਸੋ ਚੱਲ ਸੀ ਸਭ ਕੋਈ ਵਾਰੀ ਹੈ। ਹਰ ਇੱਕ ਇਨਸਾਨ ਨੇ ਆਪਣੀ ਵਾਰੀ ਅਨੁਸਾਰ ਇਸ ਸੰਸਾਰ ਤੋਂ ਜਾਣਾ ਹੈ। ਜਦੋਂ ਕੋਈ ਇਨਸਾਨ ਇਸ ਸੰਸਾਰ ਦੇ ਵਿੱਚੋਂ ਚਲਾ ਜਾਂਦਾ ਹੈ, ਉਸ ਦੇ ਜਾਣ ਤੋਂ ਬਾਅਦ ਅਸੀਂ ਉਸ ਇਨਸਾਨ ਦੇ ਜੀਵਨ ਦਾ ਲੇਖਾ ਜੋਖਾ ਕਰਦੇ ਹਾਂ। ਉਸ ਇਨਸਾਨ ਦੇ ਜੀਵਨ ਤੇ ਝਾਤ ਮਾਰਦੇ ਹਾਂ ਕਿ ਵਿਅਕਤੀ ਸੰਸਾਰ ਦੇ ਵਿੱਚ ਆਇਆ, ਕਿਸ ਢੰਗ ਨਾਲ ਵਿਚਰਿਆ, ਪਰਿਵਾਰ ਨੂੰ, ਸਮਾਜ ਨੂੰ ਇਸ ਇਨਸਾਨ ਦੀ ਕੀ ਦੇਣ ਹੈ। ਚੰਗੇ ਇਨਸਾਨਾਂ ਦੇ ਜੀਵਨ ਤੋਂ, ਇਨਸਾਨ ਦੇ ਚੰਗੇ ਗੁਣਾਂ ਤੋਂ ਸਾਨੂੰ ਕੋਈ ਨਾ ਕੋਈ ਸੇਧ, ਕੋਈ ਨਾ ਕੋਈ ਸਿੱਖਿਆ ਜ਼ਰੂਰ ਲੈਣੀ ਚਾਹੀਦੀ ਹੈ। ਸਾਡੇ ਸਤਿਕਾਰਯੋਗ ਬਜ਼ੁਰਗ ਸਾਹਿਬ ਮਹਿੰਦਰ ਸਿੰਘ ਜੀ, ਉਹਨਾਂ ਦੇ ਜੀਵਨ ਦੇ ਬਾਰੇ, ਪਰਿਵਾਰ ਦੇ ਬਾਰੇ ਮੇਰੇ ਤੋਂ ਪਹਿਲਾਂ ਸਾਰੇ ਬੁਲਾਰਿਆਂ ਨੇ ਬੜੇ ਵਿਸਥਾਰ ਦੇ ਨਾਲ ਤੁਹਾਨੂੰ ਦੱਸਿਆ। ਸਾਹਿਬ ਮਹਿੰਦਰ ਸਿੰਘ ਜੀ ਜੋ ਇੱਕ ਬਹੁਤ ਹੀ ਵਧੀਆ ਇਨਸਾਨ ਸਨ, ਜਿਨ੍ਹਾਂ ਨੇ ਆਪਣੇ ਜੀਵਨ ਦੌਰਾਨ ਜਿੱਥੇ 10 ਨਾਵਾਂ ਦੀ ਕਿਰਤ ਕਮਾਈ ਕੀਤੀ, ਖੇਤੀਬਾੜੀ ਦਾ ਕਾਰੋਬਾਰ ਕੀਤਾ, ਆਪਣੇ ਔਲਾਦ ਨੂੰ, ਆਪਣੀਆਂ 3 ਧੀਆਂ ਨੂੰ, ਆਪਣੇ ਦੋਨੋਂ ਹੀ ਸੁਪੁੱਤਰ ਸਾਹਿਬ ਜਗਮੇਲ ਸਿੰਘ ਜੀ, ਸਾਹਿਬ ਸ਼ਪਾਲ ਸਿੰਘ ਜੀ, ਉਹਨਾਂ ਨੂੰ ਚੰਗੀ ਸੇਧ ਦੇ ਕੇ ਸਮਾਜ ਦੇ ਵਿੱਚ ਚੰਗੇ ਇਨਸਾਨ ਬਣਾਇਆ ਤੇ ਇਸ ਪਰਿਵਾਰ ਨੂੰ ਤਰੱਕੀ ਵੱਲ ਲੈ ਕੇ ਗਏ। ਸੋ ਕਿਉਂਕਿ ਜਿੱਥੋਂ ਤੱਕ ਇਸ ਪਰਿਵਾਰ ਦੀ ਗੱਲ ਹੈ, ਜੋ ਪਰਿਵਾਰ ਹੈ ਪੰਥਕ ਪਰਿਵਾਰ ਹੈ। ਸਾਡੇ ਬਹੁਤ ਹੀ ਸਤਿਕਾਰਯੋਗ ਜਥੇਦਾਰ ਕਰਤਾਰ ਸਿੰਘ ਜੀ, ਜੋ ਸਾਡੇ ਬਹੁਤ ਹੀ ਸੀਨੀਅਰ ਪਾਰਟੀ ਦੇ ਆਗੂ ਰਹੇ ਨੇ ਅਤੇ ਲੰਬਾ ਸਮਾਂ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਲਈ ਕੰਮ ਕੀਤਾ, ਪਾਰਟੀ ਦੇ ਲਈ ਜੇਲ੍ਹਾਂ ਦੇ ਵਿੱਚ ਗਏ, ਮੋਰਚਿਆਂ ਦੇ ਵਿੱਚ ਗਏ। ਸੋ ਉਹਨਾਂ ਦਾ ਪਰਿਵਾਰ ਅਤੇ ਮੇਰੀ ਜਾਤੀ ਤੌਰ ਤੇ ਇਸ ਪਰਿਵਾਰ ਨਾਲ ਬੜੀ ਮਿਹਨਤ ਆ।
ਸਰ ਜਗਵੇਲ ਸਿੰਘ ਜੀ ਜਿਸ ਸਮੇਂ ਪੁਲਿਸ ਦੇ ਵਿੱਚ ਸੀ ਉਸ ਸਮੇਂ ਤੋਂ ਲੈ ਕੇ ਇਹਨਾਂ ਦੇ ਨਾਲ ਬਹੁਤ ਹੀ ਵਧੀਆ ਸੰਬੰਧ ਨੇ। ਉਸ ਤੋਂ ਬਾਅਦ ਮੈਂ ਰਾਜਨੀਤੀ ਦੇ ਵਿੱਚ ਆਇਆ ਅਤੇ ਜਦੋਂ ਤੋਂ ਇਸ ਇਲਾਕੇ ਦੇ ਵਿਚਰਨਾ ਸ਼ੁਰੂ ਕੀਤਾ, ਇਸ ਪਰਿਵਾਰ ਨੇ ਹਮੇਸ਼ਾ ਹੀ ਮੋਢੇ ਨਾਲ ਮੋਢਾ ਲਾ ਕੇ ਮੇਰਾ ਸਾਥ ਦਿੱਤਾ। ਬੇਸ਼ੱਕ ਅੱਜ ਉਹਨਾਂ ਦੇ ਦੋਨੋਂ ਹੀ ਸੁਪੁੱਤਰ ਸਰ ਜਗਵੇਲ ਸਿੰਘ ਜੀ ਕੈਨੇਡਾ ਦੇ ਵਿੱਚ ਸੈੱਟ ਨੇ ਅਤੇ ਸਰ ਸ਼ਪਾਲ ਸਿੰਘ ਜੀ ਇੰਗਲੈਂਡ ਦੇ ਵਿੱਚ ਰਹਿ ਰਹੇ ਨੇ ਅਤੇ ਸਰ ਸ਼ਪਾਲ ਸਿੰਘ ਦਾ ਬੇਟਾ ਹਰਦੀਪ ਸਿੰਘ ਲੋਡੀ ਜੋ ਸਾਡਾ ਛੋਟਾ ਵੀਰ ਜੋ ਹਮੇਸ਼ਾ ਹੀ ਮੇਰੇ ਨਾਲ ਮੋਢੇ ਨਾਲ ਮੋਢਾ ਲਾ ਕੇ ਪਾਰਟੀ ਦੇ ਕੰਮਾਂ ਦੇ ਵਿੱਚ ਅਤੇ ਇਸ ਨਗਰ ਦੀ ਭਲਾਈ ਦੇ ਵਿੱਚ ਹਮੇਸ਼ਾ ਹੀ ਵੱਧ ਚੜ੍ਹ ਕੇ ਜਿਹੜਾ ਆਪਣਾ ਯੋਗਦਾਨ ਪਾ ਰਿਹਾ ਹੈ। ਸੋ ਬਜ਼ੁਰਗਾਂ ਦੇ ਜਾਣ ਦੇ ਨਾਲ ਕੱਲੇ ਇਸ ਪਰਿਵਾਰ ਨੂੰ ਨਹੀਂ, ਇਸ ਨਗਰ ਨੂੰ, ਸਮਾਜ ਨੂੰ, ਸ਼੍ਰੋਮਣੀ ਅਕਾਲੀ ਦਲ ਨੂੰ ਜੋ ਘਾਟਾ ਹੋਇਆ ਕਦੇ ਪੂਰਾ ਨਹੀਂ ਹੋ ਸਕਦਾ। ਮੈਂ ਇਸ ਵਕਤ ਦੀ ਘੜੀ ਦੇ ਵਿੱਚ ਸਮੁੱਚੇ ਹੀ ਪਰਿਵਾਰ ਦੇ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦਾ ਹੋਇਆ ਉਸ ਵਿਛੜੀ ਹੋਈ ਨੇ ਗੁਰੂ ਦੇ ਚਰਨਾਂ ਦੇ ਵਿੱਚ ਸ਼ਰਧਾ ਦੇ ਫੁੱਲ ਭੇਟ ਕਰਦਾ ਹਾਂ। ਅਰਦਾਸ ਕੀਤੀ ਸਾਰੀ ਸੰਗਤ ਨੇ ਗੁਰੂਆਂ ਦੇ ਚਰਨਾਂ ਵਿੱਚ ਵਾਹਿਗੁਰੂ ਪ੍ਰਮਾਤਮਾ ਉਸ ਵਿਛੜੀ ਗੁਰੂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ। ਪਿੱਛੇ ਪਰਿਵਾਰ ਨੂੰ, ਰਿਸ਼ਤੇਦਾਰਾਂ ਨੂੰ, ਸਾਨੂੰ ਸਾਰਿਆਂ ਨੂੰ ਇਹ ਭਾਣਾ ਮਿਲਣ ਦਾ ਦਰ ਬਖਸ਼ੇ। ਅੱਜ ਇਸ ਦੁੱਖ ਦੀ ਘੜੀ ਦੇ ਵਿੱਚ ਜਿੰਨੇ ਵੀ ਰਿਸ਼ਤੇਦਾਰ, ਸਾਥ ਸੰਬੰਧੀ, ਨਗਰ ਨਿਵਾਸੀ, ਇਲਾਕਾ ਨਿਵਾਸੀ ਸੰਗਤਾਂ ਪਹੁੰਚੀਆਂ ਅਤੇ ਤੁਸੀਂ ਸਾਰਿਆਂ ਨੇ ਪਹੁੰਚ ਕੇ ਪਰਿਵਾਰ ਦਾ ਦੁੱਖ ਢਾਉਣ ਦਾ ਯਤਨ ਕੀਤਾ। ਸੋ ਸਮੁੱਚੇ ਪਰਿਵਾਰ ਵੱਲੋਂ ਆਈਆਂ ਸਾਰੀਆਂ ਸੰਗਤਾਂ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ ਜਾਂਦਾ ਹੈ ਅਤੇ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਗੁਰੂ ਜੀ ਦੀ ਦੇਹ ਲੈਣ ਤੋਂ ਉਪਰੰਤ ਸਾਰਿਆਂ ਨੇ ਚਾਹ ਦਾ ਲੰਗਰ ਅਤੇ ਗੁਰੂ ਦਾ ਲੰਗਰ ਜਿਨ੍ਹਾਂ ਨੇ ਨਹੀਂ ਛਕਿਆ ਛਕੇ ਜਾਣ ਦੀ ਕਿਰਪਾਲਤਾ ਕਰਨੀ। ਇੰਨੀਆਂ ਬੇਨਤੀਆਂ ਕਰਦਾ ਕਿ ਇਹਨਾਂ ਦਾ ਜੱਜ ਕਰਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਮਹਿੰਦਰ ਸਿੰਘ ਜੀ ਦੀ ਜੇਬ ਕਮਾਈ ਦੇ ਵਿੱਚੋਂ ਕੁਝ ਮਾਇਆ ਭੇਟਾ ਕੀਤੀ ਗਈ ਹੈ ਧਾਰਮਿਕ ਸਥਾਨਾਂ ਵਾਸਤੇ। ਬਾਹਰਲੇ ਗੁਰਦੁਆਰਾ ਸਾਹਿਬ ਵਾਸਤੇ ਮਾਇਆ ਦਿੱਤੀ ਗਈ ਹੈ, ਅੰਦਰਲੇ ਗੁਰਦੁਆਰਾ ਸਾਹਿਬ ਵਾਸਤੇ, ਇਸੇ ਤਰ੍ਹਾਂ ਸਕੂਲ ਵਾਸਤੇ ਮਾਇਆ ਦਿੱਤੀ ਗਈ ਹੈ, ਰਵਿਦਾਸ ਧਰਮਸ਼ਾਲਾ ਵਾਸਤੇ ਮਾਇਆ ਭੇਟਾ ਕੀਤੀ ਗਈ ਹੈ, ਇਸੇ ਤਰ੍ਹਾਂ ਡਿਸਪੈਂਸਰੀ ਲਈ ਮਾਇਆ ਭੇਟਾ ਕੀਤੀ ਗਈ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।